आओ जी मन बिरतियां इकागर करिए। परिवार रूप विच बैठ के पातशाह दी बख्शी बाणी जिहदी असी निता प्रति विचार कर रहे हां। बाणी जपजी साहिब साडे लई अमुल्लक बाणी, नितनेम दीआं बाणियां नूं पढ़दे होए ਉਹਦੇ ਵਿੱਚੋਂ ਜੀਵਨ ਜਾਚ ਸਿੱਖਦੇ ਹੋਏ ਆਓ ਰਲ ਕੇ ਇਸ ਬਾਣੀ ਨੂੰ ਜੋ ਵਿਚਾਰਨ ਦਾ ਅਸੀਂ ਉਪਰਾਲਾ ਬਣਾਇਆ ਹੋਇਆ ਹੈ ਇਸ ਨੂੰ ਅੱਗੇ ਅੱਗੇ ਵਿਚਾਰਦੇ ਜਾਂਦੇ ਹਾਂ। ਵਿਚਾਰਦਿਆਂ ਹੋਇਆਂ ਅਸੀਂ 27ਵੀਂ ਪੌੜੀ ਨੂੰ ਵਿਚਾਰ ਰਹੇ ਹਾਂ ਤੇ 6 ਸਿਟਿੰਗ ਅਸੀਂ ਲਈਆਂ। ਇੱਕ ਇੱਕ ਪੰਕਤੀ ਨੂੰ ਅਸੀਂ ਵਿਚਾਰਦੇ ਪਏ ਹਾਂ ਪ੍ਰੇਮ ਨਾਲ। ਆਓ अगलियां पंक्तियां विचारिए ते 27ਵੀਂ पौड़ी नूं नाल थोड़ा जिहा पढ़दे हुए जितनी कल असी विचारी सी उतनी पढ़ के अगली पंक्ति लै लैने आ। राइट। सो दर केहा सो कार केहा जित बै सरब समाले वाजे नाद अनेक असंखा केते वावण हारे केते राग परी सिंह कहियन केते गावण हारे गावे तौनु पौन पाणी बैसंतर गावे राजा धर्म दुआरे गावे चित गुपत लिख जाने लिख लिख धर्म विचारे गावे ईश्वर ब्रह्मा देवी सोहन सदा सवारे गावे इंदासन बैठे देवतियां दर नाले गावे सिद्ध समाधि अंदर गावन साध विचारे गावन जति सती संतोखी गावे वीर करारे। सो इतनी लैने आ। इस तो बाद अगलियां पंक्तियां फिर लेंदे जावांगे। लेट्स सी कितनी विचार सकते हैं असी अपने इस मिथे हुए टाइम विच। सो कल तक असी लिया सी गावे चित गुपत लिख जाने लिख लिख धर्म विचारे। सो आप जी वालों मैनू थोड़ी जी ਉਹ ਸੀ कि मैं इस पंक्ति ਨੂੰ ਦੁਬਾਰਾ ਲਵਾਂ ਤੇ आप जी कह रहे सी कि चित्र गुपत ਅਸੀਂ ਪਹਿਲੇ ਤੇ ਇਹ ਸਮਝਦੇ ਸੀ। जो आओ ਇਸੇ पंक्ति ਨੂੰ ਦੁਬਾਰਾ ਲੈਂਦੇ ਆ। ਇਹ ਵਾਲੀ ਕਲੀਅਰ ਹੈ। ਰਾਈਟ। ਗਾਵੇ ਤੁਹਾਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਸੋ ਪੌਣ ਗਾ ਰਹੀ ਹੈ, ਪਾਣੀ ਗਾ ਰਿਹਾ ਹੈ, ਬਸੰਤਰ ਗਾ ਰਹੀ ਹੈ ਤੈਨੂੰ। ਤੇ ਮੈਨੂੰ ਕਦੋਂ ਮਹਿਸੂਸ ਹੋਇਆ ਜਦੋਂ ਉਹ ਰਾਜਾ ਧਰਮ, ਉਹ ਧਰਮ ਰਾਜ, ਉਹ ਨਿਆਂ ਕਰਨ ਵਾਲਾ, ਉਹ ਹੁਕਮੀ ਦਾ ਥਾਪਿਆ ਹੋਇਆ ਧਰਮ ਹੈ ਨਾ। ਧਰਮ ਨੂੰ ਅਸੀਂ ਕਾਨੂੰਨ ਵੀ ਲਿਆ ਸੀ, ਨਿਆਂ ਵੀ ਲਿਆ ਸੀ ਤੇ ਦਰਬਾਰ ਵਿੱਚ ਜਿਹੜੇ ਫੈਸਲੇ ਕੀਤੇ ਜਾਂਦੇ ਨੇ ਉਹ ਕਾਨੂੰਨ ਹੇਠਾਂ, ਉਹ ਹੁਕਮ ਹੇਠਾਂ ਦਰਬਾਰ ਦਾ ਮਿਥਿਆ ਹੋਇਆ ਕਾਨੂੰਨ ਨਿਯਮ ਉਸ ਰਾਹੀਂ ਜਦੋਂ ਚੋਣ ਕੀਤੀ ਜਾਂਦੀ ਹੈ ਉਹ ਅਸੀਂ ਸਾਰਾ ਸਮਝੇ ਸੀ। ਠੀਕ ਹੈ ਨਾ। ਸੋ ਤਾਂ ਉਸ ਚੋਣ ਵਿੱਚ ਸਾਨੂੰ ਹੁਣ ਉਹ ਵਾਲੀ ਪੌਣ ਪ੍ਰਾਪਤ ਹੋਈ ਜਿਹੜੀ ਗਾ ਰਹੀ ਹੈ। ਅਸੀਂ ਕੱਲ ਵੀ ਇਹੋ ਸਮਝੇ ਸੀ ਕਿ ਬਾਹਰ ਤੇ ਪੌਣ ਸਾਨੂੰ ਹਰ ਪ੍ਰਕਾਰ ਦੀ ਪ੍ਰਾਪਤ ਹੁੰਦੀ ਹੈ ਮੌਸਮ ਦੇ ਹਿਸਾਬ ਨਾਲ। ਬਾਹਰ ਅਸੀਂ ਦੇਖਿਆ ਸਾਡੀ ਪੌਣ ਲਾਈਕ ਹਵਾ ਜਿਹਨੂੰ ਅਸੀਂ ਪੋਲਿਊਟਿਡ ਕਹਿੰਦੇ ਆ ਉਹ ਵੀ ਹੋ ਜਾਂਦੀ ਹੈ ਨਾ। ਤੇ ਗੁਰੂ ਪਾਤਸ਼ਾਹ ਨੇ ਕੁਦਰਤ ਵਿੱਚ ਉਹ ਸਾਰੀਆਂ ਪੌਣ ਸਾਨੂੰ ਮਹਿਸੂਸ ਕਰਾਇਆ। ਤਾਂ ਹੀ ਤੇ ਗੁਰੂ ਪਾਤਸ਼ਾਹ ਇੱਕ ਜਗ੍ਹਾ ਸਾਨੂੰ ਇਹ ਨਹੀਂ ਕਹਿੰਦੇ ਹੈਗੇ ਤਾਤੀ ਵਾਓ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕ ਕਾਲੇ ਬਿਲਾਈ। ਸੋ ਹੁਣ ਇੱਥੇ ਵੀ ਹੁਣ ਤੱਤੀ ਵਾਹ ਵੀ ਤੇ ਇੱਥੇ ਦੱਸੀ ਹੈ ਨਾ। ਹੁਣ ਵਾਹ ਤੱਤੀ ਕਦੋਂ ਆਉਂਦੀ ਹੈ? ਇਹ ਸਾਰਾ ਵੀ ਜਦੋਂ ਪੌਣ ਜਿਹੜੀ ਹੈ ਬਾਹਰ ਦੇ ਜੋ ਮੌਸਮ ਵਿੱਚ, ਗਰਮੀਆਂ ਦੇ ਮੌਸਮ ਵਿੱਚ ਗਰਮ ਹਵਾ, ਸਰਦੀਆਂ ਦੇ ਮੌਸਮ ਵਿੱਚ ਠੰਡੀ ਹਵਾ, ਬਰਫੀਲੀ ਜਗ੍ਹਾ ਤੇ ਬਰਫ਼ ਵਾਲੀ ਹਵਾ। ਫਿਰ ਹਵਾ ਸਾਡੀ ਉਧਰ ਵੀ ਬਦਲਦੀ ਹੈ ਕਿ ਜੈਸੀ ਜਗ੍ਹਾ ਅਸੀਂ ਜਾਂਦੇ ਹਾਂ, ਖਾਨਾਂ ਵਿੱਚ ਜਾਂਦੇ ਹਾਂ, ਕੋਇਲੇ ਦੀ ਖਾਨੇ 'ਚ ਧਰਤੀ ਤੋਂ ਥੱਲੇ ਹਵਾ ਕੈਸੀ ਹੈ। ਬਾਹਰ ਤੇ ਸਾਨੂੰ ਕਈ ਤਰ੍ਹਾਂ ਦੀ ਪੌਣ ਪ੍ਰਾਪਤ ਹੁੰਦੀ ਹੈ। ਪਰ ਜਦੋਂ ਗੁਰੂ ਪਾਤਸ਼ਾਹ ਉਹ ਸਾਰੀ ਪੌਣ
ਜਿਹੜੀ ਕੁਦਰਤ ਦੇ ਨਿਯਮ ਵਿੱਚ ਚੱਲ ਰਹੀ ਹੈ ਉਹ ਤੇ ਗਾ ਹੀ ਰਹੀ ਹੈ। ਐਸੀ ਕੁਦਰਤ ਨੂੰ ਹੀ ਤੇ ਗਾਉਂਦਿਆਂ ਕਿਹਾ ਹੈ। ਭਾਵੇਂ ਜੇਠ ਹਾੜ ਦੀ ਗਰਮ ਹਵਾ ਹੈ ਤਾਂ ਵੀ ਗਾ ਰਹੀ ਹੈ, ਤੇ ਭਾਵੇਂ ਪੋਹ ਦੀ ਠੰਡੀ ਹਵਾ ਹੈ ਤਾਂ ਵੀ ਗਾ ਰਹੀ ਹੈ। ਕਿਉਂਕਿ ਸਭੇ ਰੁੱਤੀ ਚੰਗੀਆਂ, ਬਸੰਤ ਰੁੱਤ ਦਾ ਵੀ ਸਮਝਾਇਆ, ਪਰ ਨਾਲ ਨਾਲ ਸਾਨੂੰ ਹਿਰਦੇ ਰੂਪੀ ਧਰਤੀ ਵੀ ਦਿਖਾਈ, ਹਿਰਦੇ ਰੂਪੀ ਸਾਰਾ ਸਾਨੂੰ ਉਹ ਥਾਂ ਦਿਖਾਈ, ਤੇ ਉਹਦੇ ਵਿੱਚ ਸਾਨੂੰ ਕਿਹਾ ਕਿ ਕਿਹੜੀ ਪੌਣ ਗਾ ਰਹੀ ਹੈ ਤੈਨੂੰ, ਸਾਨੂੰ ਆਪ ਨੂੰ ਮਹਿਸੂਸ ਕਰਾਇਆ। ਜਦੋਂ ਹਿਰਦੇ ਰੂਪੀ ਧਰਤੀ ਤੇ ਸ਼ਬਦ ਗੁਰੂ ਦੀ ਪ੍ਰੇਰਨਾ ਸਦਕਾ ਸਤਿਗੁਰ ਦੀ ਮੱਤ ਵਾਲੀ ਹਵਾ ਹੈ, ਤੇ ਜਿਹਨੂੰ ਗੁਰੂ ਪਾਤਸ਼ਾਹ ਨੇ ਕਿਹਾ ਆਖਾਂ ਜੀਵਾਂ ਵਿਸਰੇ ਮਰ ਜਾ, ਜਦੋਂ ਇਹ ਲਗਾਤਾਰ ਆਖਣ ਵਾਲੇ ਸੁਭਾਅ ਵਿੱਚ ਆ ਗਿਆ, ਆਖਣ ਵਾਲੇ ਸੁਭਾਅ ਵਿੱਚ ਦਾ ਭਾਵ ਹੋ ਗਿਆ ਹੁਕਮੀ ਦੇ ਹੁਕਮ ਵਿੱਚ ਨਿਰੰਤਰ ਤੁਲਨਾ, ਹੁਕਮੀ ਹੁਕਮ ਚਲਾਏ ਰਾਹ। ਜਦੋਂ ਫੋਕਸ ਹੋ ਕੇ ਰਾਹ ਤੇ ਚੱਲਦਾ ਹੈ, ਤੇ ਰਾਹ ਤੇ ਵੀ ਜਦੋਂ ਚੱਲਦਾ ਹੈ ਤੇ ਨਾਲ ਨਾਲ ਉਹ ਲੱਭਦਾ ਹੈ ਕਿ ਕਿਹੜੀਆਂ ਕਮਜ਼ੋਰੀਆਂ ਆਉਂਦੀਆਂ ਨੇ ਮੇਰੇ ਜੀਵਨ ਵਿੱਚ, ਮੈਂ ਕਮਜ਼ੋਰ ਕਿਵੇਂ ਹੋਣਾ ਵਾ। ਆਪਣੀਆਂ ਕਮਜ਼ੋਰੀਆਂ ਲੱਭ ਕੇ, ਸਮਾਜਿਕ ਕਮਜ਼ੋਰੀਆਂ ਆ ਜਾਂਦੀਆਂ ਨੇ ਮੈਨੂੰ ਬਾਹਰੋਂ, ਮੈਨੂੰ ਤਾਂ ਹੀ ਤੇ ਕਹਿੰਦੇ ਦੁਨੀਆ ਵਿੱਚ ਹਵਾ ਹੀ ਐਸੀ ਚੱਲ ਰਹੀ ਹੈ, ਫੈਸ਼ਨ ਦੀ ਹਵਾ ਚੱਲ ਰਹੀ ਹੈ, ਖਾਣ ਪੀਣ ਦੀ ਹਵਾ ਚੱਲ ਰਹੀ ਹੈ। ਸੋ ਇਹ ਸਾਰਾ ਕੁਝ ਜੋ ਅਸੀਂ ਦੁਨੀਆ ਬਾਰੇ ਸੁਣਿਆ ਪੜਿਆ ਹੋਇਆ ਹੈ, ਗੁਰੂ ਪਾਤਸ਼ਾਹ ਸਾਨੂੰ ਇੱਕਦਮ ਫੋਕਸ ਕਰਕੇ ਸਾਡਾ ਧਿਆਨ ਸਾਡੇ ਅੰਦਰ ਵੱਲ ਲਿਜਾ ਕੇ ਕਹਿੰਦੇ ਪਏ ਨੇ ਕਿ ਜਦੋਂ ਅਸੀਂ ਗੁਰੂ ਦੇ ਪਾਣੇ ਵਿੱਚ ਸਦਾ ਗੁਰੂ ਦੀ ਰਜ਼ਾਈ ਚੱਲੇ, ਇਕਸਾਰ ਨਿਰੰਤਰ ਚੱਲੇ, ਤੇ ਸਾਨੂੰ ਸਦਾ ਹੀ ਉਹ ਪੌਣ, ਉਹ ਪਾਣੀ, ਉਹ ਬੇਸੰਤਰ ਪ੍ਰਾਪਤ ਹੋਇਆ, ਜਿਸ ਸਦਕਾ ਸਾਨੂੰ ਅੰਦਰ ਦੀ ਕੁਦਰਤ, ਅੰਦਰ ਦਾ ਜੀਵਨ ਤਾਕਤ ਵਾਲਾ ਗੁਣਾ ਭਰਪੂਰ ਜੀਵਨ ਜਦੋਂ ਅਸੀਂ ਮਾਣਨ ਲੱਗ ਗਏ, ਤੇ ਅਸੀਂ ਕੀ ਮਾਣ ਰਿਹਾ, ਸਭ ਕੁਝ ਗਾ ਰਿਹਾ ਹੈ। ਇਹ ਮਤ ਮਨ ਬੁੱਧੀ ਦਾ ਉਸੇ ਇੱਕੋ ਰਾਹ ਤੇ ਤੁਰਨਾ, ਗਾਉਣਾ। ਮਤ ਮਨ ਬੁੱਧੀ ਨੂੰ ਚਲਾ ਕੌਣ ਰਿਹਾ, ਜਿਉਂਦਾ ਕੌਣ ਰੱਖ ਰਿਹਾ, ਗੁਰੂ ਦੀ ਪੌਣ, ਗੁਰੂ ਦਾ ਪਾਣੀ, ਗੁਰੂ ਦੀ ਬੇਸੰਤਰ, ਉਹ ਸਾਰਾ ਕੁਝ ਮਤ ਮਨ ਬੁੱਧੀ ਨੂੰ ਇੱਕ ਰਾਹ ਤੇ ਜਿਹੜਾ ਢਾਲ ਰਹੀ ਹੈ ਉਹਨੂੰ ਗਾਣਾ ਕਹਿ ਦਿੱਤਾ। ਹੁਣ ਇਸ ਗਾਣੇ ਸਦਕਾ ਜਦੋਂ ਇਹ ਹੁਣ ਚੋਣ ਕਰਾ ਕੇ ਲਿਖਦਾ ਜਾ ਰਿਹਾ, ਉੱਥੇ ਪਹੁੰਚੇ ਸਾਂ। ਹੁਣ ਆਪ ਜੀ ਨੇ ਕਿਹਾ ਕਿ ਗਾਵੇਂ ਚਿੱਤ ਗੁਪਤ ਲਿਖ ਜਾਣੇ, ਗਾਵੇਂ ਗਾਉਂਦੇ ਹਨ, ਗਾ ਰਹੇ ਹਨ, ਕੌਣ, ਚਿੱਤ ਗੁਪਤ। ਮੈਂ ਆਪ ਜੀ ਨੂੰ ਚਿੱਤ ਦਾ ਭਾਵ ਮਨ, ਦਿਲ, ਅੰਤःਕਰਨ, ਜਿਹੜਾ ਭਾਈ ਕਾਨ ਸਿੰਘ ਜੀ ਨਾਭਾ ਜੀ ਨੇ ਸਾਨੂੰ ਦਿੱਤੇ ਨੇ ਮੀਨਿੰਗ, ਮੈਂ ਉਹ ਦੇ ਰਹੀ ਸੀ। ਹਾਂ, ਆਪ ਜੀ ਦੀ ਗੱਲ ਬਿਲਕੁਲ ਸਹੀ ਹੈ ਕਿ ਗੁਰਬਾਣੀ ਤੋਂ ਪਹਿਲਾਂ ਇਹ ਗੁਰੂ ਪਾਤਸ਼ਾਹ ਨੇ ਲਫ਼ਜ਼ ਲਏ ਨੇ, ਬੜੀ ਜਗ੍ਹਾ ਤੇ ਚਿੱਤਰ ਗੁਪਤ ਲੇਖਾ ਲਿਖ ਰਹੇ ਨੇ, ਐਸੇ ਸ਼ਬਦ ਵੀ ਸਾਨੂੰ ਮਿਲਦੇ ਨੇ। ਚਿੱਤ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ। ਚਿੱਤਰ ਗੁਪਤ ਉਹ ਨੇ ਜਿਹੜੇ ਲੇਖਾ ਲਿਖ ਰਹੇ ਨੇ। ਹੁਣ ਜੋ ਵੇਦਾਂ ਤੋਂ ਵਿਚਾਰ ਮਿਲਦੀ ਹੈ ਉਹ ਹੈਗਾ ਕਿ ਚਿੱਤਰ ਗੁਪਤ ਲਿਖਾਰੀ ਨੇ, ਜਿਹੜੇ ਕਿ ਮਨੁੱਖ ਦੇ ਹਮੇਸ਼ਾ ਮੋਢੇ ਤੇ ਬੈਠੇ ਹੋਏ ਨੇ, ਤੇ ਜਿਹੜੇ ਵੀ ਉਹਦੇ ਕਰਮ ਨੇ ਉਹ ਲਿਖਦੇ ਰਹਿੰਦੇ ਨੇ, ਜਿਨ੍ਹਾਂ ਦਾ ਲੇਖਾ ਮਰਨ ਤੋਂ ਬਾਅਦ ਧਰਮਰਾਜ ਦੀ ਕਚਹਿਰੀ ਵਿੱਚ ਹੋਏਗਾ। ਇਹੀ ਮਨੋਤ ਗੱਲ ਕਰ ਰਹੇ। ਹੁਣ ਜਦੋਂ ਅਸੀਂ ਬਾਣੀ ਰਾਹੀਂ ਚਿੱਤਰ ਗੁਪਤ ਪੜ੍ਹਦੇ ਜਾਵਾਂਗੇ ਤੇ ਤਾਂ ਮੈਂ ਤੁਹਾਨੂੰ ਉਹ ਵਾਲੀਆਂ ਪੰਕਤੀਆਂ ਦਿੱਤੀਆਂ ਸੀ। ਹੁਣ ਜਿਵੇਂ ਇਹੀ ਮੈਂ ਲਈਏ ਆਸਾ ਰਾਗ ਦੀ ਚਿੱਤਰ ਗੁਪਤ ਸਭ ਲਿਖਤੇ ਲੇਖਾ, ਚਿੱਤਰ ਗੁਪਤ ਸਾਰੇ ਲੇਖਾ ਲਿਖ ਰਹੇ ਨੇ। ਅੱਗੇ ਕਿਹਾ ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ, ਭਗਤ ਜਨ ਤੇਰੇ ਸੇਵਕਾਂ ਨੂੰ, ਜਿਹੜੇ ਤੇਰੀ ਮੱਤ ਰਾਹੀਂ ਚੱਲਦੇ ਨੇ। ਗੁਰ ਕੀ ਮੱਤ ਲੈਣ ਵਾਲੇ ਨੂੰ ਭਗਤੀ ਕਿਹਾ, ਗੁਣਾਂ ਵਾਲੀ ਜੀਵਨੀ ਜੀਣ ਵਾਲੇ ਨੂੰ ਭਗਤੀ ਕਿਹਾ। ਉਹਨਾਂ ਵੱਲ ਦ੍ਰਿਸ਼ਟ ਨਾ ਪੇਖਾ, ਉਹਨਾਂ ਵੱਲ ਵੇਖਦੇ ਹੀ ਨਹੀਂ ਨੇ। ਇੱਥੇ ਹੀ ਸਾਨੂੰ ਦੱਸ ਦਿੱਤਾ ਨਾ ਚਿੱਤਰ ਗੁਪਤ ਵਾਲੀ ਉਹ ਜਿਹੜੀ ਸਾਨੂੰ ਮਨੋਤ ਹੈਗੀ ਹੈ ਕਿ ਜਿਹੜੀ ਮਰਨ ਤੋਂ ਬਾਅਦ ਧਰਮਰਾਜ ਦੀ ਕਚਹਿਰੀ ਵਿੱਚ ਅਸੀਂ ਪੇਸ਼ ਹੋਣਾ ਹੈ। ਤੇ ਸਾਡੀ ਕਚਹਿਰੀ ਤੇ ਗੁਰੂ ਪਾਤਸ਼ਾਹ ਐਸੇ ਜਪਜੀ ਸਾਹਿਬ ਵਿੱਚ ਹੀ ਬੜੀ
प्यार नाल खोल देंदे ने। पौड़ी 34 विच राती रुती थिती वार पवन पानी अग्नि पाताल तिस विच धरती थाप रखी धर्मसाल तिस विच जी जुगत के रंग तिनके नाम अनेक अनंत। अगे की कहंदे ने, करमी करमी होए विचार सच्चा आप सच्चा दरबार। इत्थे हुण सच्चा आप सच्चा दरबार असीं पहलां भी लै चुके हां। सच्चा किहड़ा हुंदा है? जिहड़ा हर वेले हुंदा है। सच्चे दा भाव अकाल पुरख सच्चा है ते ओहदा दरबार भी सच्चा है। अकाल पुरख हिरदे विच हुणे वसदा है, घट घट में हरजू बसे, सबे कट राम बोले, तू घट घट अंतर सरब निरंतर जी, सगल बनस्पत में बेसंतर, सगल दूध में किया, ऊंच नीच में जोत समानी, काट काट मादो जिया। कितनी बाणी सानू ये प्रेरणा देंदी है कि अकाल पुरख हिरदे विच अज ही हुणे ही वसदा है। यह सानू श्लोक विच भी दस्सिया है भी सच, हुणे सच है। जेड़ा हुणे सच है, जेड़ा हुणे एक है, उस सच्चे दा दरबार भी हुणे है। और जपजी साहब जी ने दसिया है सानू, जिथे कहा जा रहा है करमी करमी होए विचार, हर कर्म दी विचार तेरे अंदर हुणे हो रही है। तू हुणे देख, तेरा दरबार हुणे है। ताई ते उस पंक्ति अगे सी 34 पौड़ी जाके करांगे जदों आवांगे ते तिथे सोहन पंच परवान नदरी करम पवे निशान। अगे की क्या है? कच पकाई उथे पाए नानक गया जापे जाए। पौड़ी 34 जाएगा। हुण कच पकाई, कच्चा पकाई, कच्चा या पकियाई विच है। ए कचियाई च है, पकियाई च है। ओह कुड़ियार विच है, सचियार विच है। उथे पाए, किथे पाए? सच्चे दरबार ही। जदों कर्म हर कर्म दी विचार अंदर हो रही है, जदों तू अपने उस दरबार विच गया जापे जाए, जे उस दरबार विच जाएगा, जे ए कहेगा हुणे हो रही है, तेरा ध्यान जाएगा सब तो पहले, फिर तू अंदर लभेगा। ताई ते क्या उत्थे खोटे खरे परखे जांदे ने, खोटियां नू बाहर सुट दिता जाता है, खरे नू खजाने पा लिता जाता है। ऐसी सारे शब्द पहले करके आए हुए हैं, उहिओ इत्थे कीता जा रहा है जी। कच्चाई कचियाई वाला, पकियाई वाला उथे पाए, उथे पाएगा, उथे जानेगा, उथे समझेगा, उथे जाएगा। जदों अपने अंदर ध्यान मारेगा, अपने मन दी विचार करेगा, ए होर कच्चा हुंदा जा रहा है या पक्का हुंदा जा रहा है, एदे अंदर गुण गलदे जा रहे ने या गुण संभलदे जा रहे ने, ए खजाने वाल जा रहा है या दुनिया विच होर डिगन डोलन जा रहा है, ए नित नित डोलदा पिया है या पहले नालों संभलदा पिया है। ये तो असीं हुणे लभ सकदे हां ना अपने अंदर विचार के। यही ते विचारना है। इनू क्या जा रहा है? चित्र गुपत सब लिखते लेखा, भगत जना को दृष्ट न पेखा। अगे सुनो, कहो नानक जिस सतगुर पूरा, वाजे ताके अनहद तूरा। सेम गल आ गई सानू, जिन्हां दा सतगुर पूरा है। ते सतगुर पूरा किस वेले मिलदा है सानू? हुणे मिलिया। ताती वा उन्हां ला गई, सतगुर पूरा भेटिया, जिन बनत बनाई, राम नाम औखद दिया, राम नाम दी दवाई दे दिती, एका लिव लाई, एक नाल लिव लगा दिती। सतगुर पूरे नाल भेट होई ते उन्हें एक नाल लिव लगा दिती, जिदे करके तत्ती वाह लगी ही नहीं। हुणे नहीं लगी ना, पहले महसूस होया लगी, फिर सतगुर नाल भेंट होई, फिर सतगुर ने चौगिर्द चारे पासे वाली रामकार विखाई। कुदरत पूरी पूरी कुदरत कायनात इस अकाल पुरख दी होमे वाली कार विच चल रही है। तू भी उंजे चल जिवें पूरी कुदरत उस कार विच चल रही है, पूरी कुदरत हुक्म विच चल रही है। तू क्यों होमे ही चलदा पिया है? तू क्यों अपने नाम नाल इन्ने लेबल लगा रहा है? ना पौन ने लेबल लगाया हवा देख के, वो सारियां नू इक्को जही है राजे रंग नाल। तू राजे रंग नाल वखरा क्यों वरतना है? पौन नहीं वरतदी ना,
तू क्यों वरतदा है? धरती ਜਿਹੜੀ ਹੈ ਉਹਨੂੰ ਖੋਦ ਦਵੋ ਜਾਂ ਚੰਦਨ ਦਾ ਲੇਪ ਲਗਾ ਲਵੋ, ਉਹ ਸਾਰਾ ਕੁਝ ਅੰਦਰ ਸਮੇਟ ਲੈਂਦੀ ਹੈ। ਤੂੰ ਕਿਉਂ ਖੋਦਣ ਤੇ ਰੋਣਾ ਹੈ ਤੇ ਚੰਦਨ ਦੇ ਲੇਪ ਤੇ ਉਸਤਤ ਮਹਿਸੂਸ ਕਰਨਾ ਹੈ? ਤੇਰੀ ਧਰਤੀ ਕਿਉਂ ਉੱਬੜ ਖਾਬੜ ਬਣ ਜਾਂਦੀ ਹੈ? ਇਹ ਨਹੀਂ ਸਮਝਾਇਆ ਸਾਨੂੰ। ਇਹ ਦੇਖਾਂਗਾ ਕਦੋਂ? ਜਦੋਂ ਆਪਣੇ ਹਿਰਦੇ ਨੂੰ ਵੇਖਾਂਗਾ ਕਿ ਮੈਂ ਉਸਤਤ ਨਿੰਦਾ ਵਿੱਚ ਫਸਦਾ ਵਾਂ। ਜਦੋਂ ਮੈਂ ਉਸਤਤ ਨਿੰਦਾ ਵਿੱਚ ਫਸਦਾ ਵਾਂ, ਮੈਂ ਹੁਕਮ ਵਿੱਚ ਨਹੀਂ ਆ, ਮੈਂ ਹੋਮੇ ਹੀ ਚਾਂ। ਮੈਂ ਦੁੱਖ ਸੁੱਖ ਵਿੱਚ ਫਸਦਾ ਵਾਂ। ਕਿਉਂ ਫਸਦਾ ਵਾਂ? ਕਿਉਂਕਿ ਮੈਂ ਹੋਮੇ ਹੀ ਚਾਂ। ਮੈਂ ਮਾਨ ਅਪਮਾਨ ਵਿੱਚ ਫਸਦਾ ਵਾਂ। ਕਿਉਂ ਫਸਦਾ ਵਾਂ? ਕਿਉਂਕਿ ਮੈਂ ਹੋਮੇ ਹੀ ਚਾਂ। ਫਿਰ ਮੇਰੇ ਚਿੱਤਰਗੁਪਤ ਲੇਖਾ ਲਿਖ ਰਹੇ ਨੇ, ਇਹੋ ਲੇਖਾ ਲਿਖ ਰਹੇ ਨੇ ਨਾ ਕਿ ਤੂੰ ਕੰਡੇ ਬੀਜ ਰਿਹਾ ਹੈ ਤੇ ਕੰਡਿਆਂ ਦਾ ਦਰਦ ਮਹਿਸੂਸ ਕਰ ਰਿਹਾ ਮੈਂ। ਹੋਰ ਵੀ ਕਿਤਨੀ ਜਗ੍ਹਾ ਸਾਨੂੰ ਗੁਰੂ ਪਾਤਸ਼ਾਹ ਨੇ ਲੇਖੇ ਦੀਆਂ ਗੱਲਾਂ ਕੀਤੀਆਂ ਨੇ। ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨਾ ਕੀ। ਹਰੀ ਦੇ ਸੇਵਕ ਕਿਹੜੇ ਨੇ? ਜਿਹੜੇ ਹਰੀ ਨੂੰ ਪਿਆਰੇ ਲੱਗਦੇ ਨੇ। ਹਰੀ ਦੇ ਸੇਵਕ, ਹਰੀ ਦੇ ਪਿਆਰੇ, ਹਰੀ ਦੀ ਸੇਵਾ ਕਰਨ ਵਾਲੇ, ਹਰੀ ਦੇ ਆਖੇ ਚੱਲਣ ਵਾਲੇ, ਹਰੀ ਦੇ ਹੁਕਮ ਵਿੱਚ ਚੱਲਣ ਵਾਲੇ, ਹਰੀ ਦਾ ਨਾਮ ਜਪਣ ਵਾਲੇ। ਨਾਮ ਜਪਣਾ, ਗੁਣਾ ਵਾਲੀ ਜੀਵਨੀ ਨੂੰ ਗੁਰਮਤ ਨਾਲ ਜਿਉਣਾ, ਧਰਤੀ ਧੀਰਜ ਲੈਣੀ, ਸੰਤੋਖ ਵਾਲਾ ਪਾਣੀ ਲੈਣਾ, ਮਾਤਾ ਮਤ ਪਿਤਾ ਸੰਤੋਖ ਜਿਉਣਾ। कहना है कि चुप कह न जाए तो कुदरत कीमत नहीं पाए। मैं कुदरत दी कीमत नहीं पाना चाहता, मैं कुदरत दा बंदा बन के जीवना चाहना वा। हर के सेवक से हर प्यारे, जिन जपियो हर बचना की। जिन्हां ने हरी नू जपिया, हरी दे बचना नाई। अगे लेखा चित्रगुप्त जो लिखिया, चित्रगुप्त ने जेड़ा लेखा लिखिया, सब छूटी जमकी बाकी। सारा लेखा जदों मैं हरि दा सेवक बनिया ते उस लेखे तो छुट गया। ये पढ़ाया जा रहा है। जम की बाकी, अवगुण बाकी कढ़दे सी। तज अभिमान छुटे तेरी बाकी। अभिमान बाकी सी, अभिमान तेरा थल्ले रिमाइंडर बचांदा सी। अब रिमाइंडर विच तेरा हंकार निकलदा है। जदों तू अपने अंदर अकाउंट करदा है ना, अपने आप नू राइट प्रूव करन वास्ते दूजियां नू ब्लेम करके, दूजियां ते कंप्लेन करके क्यों करदा है सारा कुछ? तेरा हंकार, ए तेरा रिमाइंडर है, अकाउंट जिहड़ा तू अंदर लिखदा है, किथे कौन रॉन्ग है ते किवें मैं राइट हाँ। अपने अंदर जिहड़ी कैलकुलेशन करना है, उस कैलकुलेशन दी गल कीती है। हुण ओह कैलकुलेट करना मैं छड्ड दिता है। इत्थे एह किहा जा रहा है, महा बिखम संसार विरले पेकिया, छूटन हर की शरण लेख नानक लेखिया। संसार में वेख लिता, संसार ते बड़ा बिखड़ा है, पर वेखिया किन्ने? विरला। संसार तो थोड़ा जा साइड, थोड़ा जा किनारे होया, संसार वाली अक्ल तो पॉज दिता। दैट इज विरला होना। महाबिखम संसार विरले पेखिया, पेखिया मैंने देखिया। वो संसार ऐसा है, बी अ साइड, थोड़ी स्पेस दे। ओ स्पेस देना, स्पेस दिता, हरि दी शरण आया। हरि दी शरण, हरि दे गुणा दी शरण, हरि दी अक्ल दी शरण। तू सारिया, तेरे लिए सारे एक बराबर ने। मैं क्यों है सारा वितकरा पाया होया है ते अपने अंदर लिखे लिखदा पिया वां। ਉਹ ਗੱਲ ਗੁਰੂ ਪਾਤਸ਼ਾਹ ਕਹਿ ਰਹੇ ਨੇ, ਤਾਂ ਕਿ ਅਸੀਂ ਆਪਣੇ ਆਪ ਨੂੰ ਆਪ, ਅਗਰ ਅਸਲ ਗੁਰਬਾਣੀ ਦੇ ਵਰਡਸ ਨਹੀਂ, ਆਪਣੇ ਆਪ ਨੂੰ ਆਪ ਵੇਖਣਾ, ਸਤਿਗੁਰ ਰਾਹੀਂ ਆਪਾ ਵੇਖਣਾ। ਪਰ ਇੱਕ ਜਗ੍ਹਾ ਗੁਰੂ ਪਾਤਸ਼ਾਹ ਇੰਜ ਵੀ ਕਹਿੰਦੇ ਵੀ ਇਹਨਾਂ ਚੀਜ਼ਾਂ ਤੋਂ ਥੋੜਾ ਉੱਚਾ ਉੱਠ ਕੇ ਆਪਣੇ ਆਪ ਨੂੰ ਵੇਖਣਾ, ਥੋੜਾ ਜਿਹਾ ਪੁਰਾਣੇ ਸੋਚਣ ਵਾਲੇ ਢੰਗ ਤੋਂ ਸੋਚਣਾ, ਥੋੜਾ ਉੱਪਰ ਹੋ ਕੇ ਸੋਚ, थोड़ा डिफरेंट होके सोच, थोड़ा विरला होके सोच। ए गुरु पातशाह कह रहे। ताई ते कहंदे ने, सबना कादर लेखा होए, करनी बाजो तरे ना कोई। लेखे दियां ते गुरु पातशाह ने बहुत ही ज्यादा बाणी पढ़ाई है। सारियां दा दर ते लेखा होएगा, लेकिन जिन्हां दी करनियां ही हो जाएगा। करनियां वाले इस लेखे तो किनारे। करनी बाजो तरे ना कोई। करनी बिना कोई तरदा नहीं है, बट करनी वाला तरदा है किथों? लेखे तो।
ਇਹ ਗੁਰੂ ਪਾਤਸ਼ਾਹ ਦੇਖੋ ਹੁਣ ਕਲੀਅਰ ਹੈ। ਜਿਵੇਂ ਹੁਣ ਸਾਨੂੰ ਗੁਰਬਾਣੀ ਕਹਿੰਦੀ ਹੈ ਗਾਵੋ ਗਾਵੋ ਗਾਮਣੀ ਵਿਵੇਕ ਵਿਚਾਰ। ਵਿਵੇਕ ਵਿਚਾਰ ਨੂੰ ਕਿਵੇਂ ਗਾਵਾਂਗੇ? ਵਿਵੇਕ ਵਿਚਾਰ ਵਾਲਾ ਜੀਵਨ ਜਿਉਣਾ ਤੇ ਵਿਵੇਕ ਵਿਚਾਰ ਵਿੱਚ ਹੀ ਸਦਾ ਉਹਨੂੰ ਕਹਿੰਦੇ ਨੇ ਬਸ ਇੱਕ ਰਸ ਰਹਿਣਾ, ਉਸੇ ਤਾਲ ਵਿੱਚ ਰਹਿਣਾ, ਉਸੇ ਸੁਰ ਵਿੱਚ ਜੀਣਾ, ਉਹਨੂੰ ਕਹਿੰਦੇ ਨੇ ਵਿਵੇਕ ਵਿਚਾਰ ਨੂੰ ਗਾਉਣਾ। ਹਮਰੇ ਘਰ ਆਇਆ ਜਗ ਜੀਵਨ ਪਤਾਰ, ਜਗਤ ਨੂੰ ਜੀਵਨ ਦੇਣ ਵਾਲਾ ਪਤਾਰ ਖਸਮ ਮੇਰੇ ਘਰ ਆ ਗਿਆ, ਮੇਰੇ ਹਿਰਦੇ ਵਿੱਚ ਵਸਿਆ ਮਹਿਸੂਸ ਹੋ ਗਿਆ। ਹਿਰਦੇ ਵਿੱਚ ਵਸਿਆ ਮਹਿਸੂਸ ਹੁੰਦਾ ਕਦੋਂ ਹੈ? ਜਦੋਂ ਮੇਰਾ ਹਿਰਦਾ ਸਕੂਨ ਵਾਲਾ ਹੋ ਜਾਂਦਾ ਹੈ, ਟਿਕਾ ਵਾਲਾ ਹੋ ਜਾਂਦਾ ਹੈ, ਵਿਸ਼ਰਾਮ ਵਾਲਾ ਹੋ ਜਾਂਦਾ ਹੈ, ਆਨੰਦ ਵਾਲਾ ਹੋ ਜਾਂਦਾ ਹੈ। ਹੁਣ ਕਲੀਅਰ ਹੈ? ਹੁਣ ਇਹ ਪੰਕਤੀ ਬਿਲਕੁਲ ਅਸੀਂ ਮਾਣ ਸਕ ਰਹੇ ਹਾਂ। ਤਾਂ ਹੁਣ ਅਸੀਂ ਜਦੋਂ ਪੜਾਂਗੇ ਇਸ ਪੰਕਤੀ ਨੂੰ ਤੇ ਸਾਨੂੰ ਨਾਲ ਹੀ ਵਿਚਾਰ ਆ ਜਾਏਗੀ। ਓਕੇ, ਗਾਵੇਂ ਚਿੱਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰ। ਅੱਗੇ ਗਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ। ਈਸ਼ਰ ਬ੍ਰਹਮਾ ਦੇਵੀ ਅਸੀਂ ਸੁਣਿਆ ਦੀ ਪੌੜੀ ਚ ਵੀ ਕਰਕੇ ਆਇਆ ਨਾ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਹਣ ਮਨ। ਬਿਲਕੁਲ ਸੇਮ ਲਫ਼ਜ਼। ਈਸ਼ਰ ਈਸ਼ਵਰ, शिव करता, ब्रह्मा सिरजना करन वाला है ना, देवी देवियां, सोहन शोभदे हन सदा सवारे। जदों सवारे जाते हैं, इसका मतलब है ईश्वर ब्रह्मा देवी सवारे गए, सवारे हुए गा रहे ने, सवर गए नानक सच सवारनहार। सवार दिते मेरे अंदर दे ईश्वर ब्रह्मा देवी। ते ईश्वर ब्रह्मा देवी की सी? सानू कितनी ते असी बाणी पढ़ के आए हाँ, उहदे विच ईश्वर सानू की किया सी? सुने ईश्वर ब्रह्मा इंद, सुने मुख सलाहण मंद, सुने जोग जुगत तन भेद, सुने सास्त सिमरत वेद, नानक भगता सदा विकास, सुने दुख पाप का नास। जदों दुखा पापां दा नास होया, पाप की है अज्ञान, अज्ञानता दा नास होया, ईश्वर नू सुनिया, ब्रह्मा नू सुनिया, इंद्र नू सुनिया, सुनन नाल ए हो गया। हुण मेरे अंदर वो ईश्वर आ गया जेड़ा मैनू मेरे पापां दा दिखा के नाश कर रहा है। एक नाश करेगा तो नवी सिरजना करेगा। ब्रह्मा आ गया, इंद्र की आ गया, इंद्र ने बदल दे दिते। सेम गल इत्थे ईश्वर, इत्थे इंद्र बाद विचों क्या है? ईश्वर ब्रह्मा देवी, ईश्वर ब्रह्मा देवी शोभदे ने जेड़े सवारे जांदे ने, ओ गा रहे ने। सो सवरना गाना है, विचारना गाना है, यही आ रहा ना। जेड़ा बच्चा सवरदा जाएगा ओदी जिंदगी कैसी होएगी? खिड़ी होई। गा रही है, ताण हैगा गाण वास्ते। वो कहंदे ने गले गले विच ताकत चाहिए, सुरां दा ज्ञान चाहिए, समझ चाहिए, हर चीज नू हर जगह लै सकते हैं। अगे गुरु पातशाह ने कहा, गावे इंद इंदासन बैठे देवतियां दर नाले। इंद्र गा रहा है। इंद्र कौन होंदा है? मेघ दा राजा, बदलां दा राजा, देवता। इंदासन इंद्र दे आसन ते, राज सिंघासन ते टिकिया होया तैनू गा रहा है। बैठे टिके हुए, बैठे टिके, जदों टिक गए देवतियां दर नाले। बाहर इंद्र बदल आंदे ने, गांदा है। पता एक जगह बाणी विच सानू ये भी शब्द मिलता है जिहदे विच गुरु पातशाह कहंदे हैगे ने कि जिहड़ा इंद्र है वो पानी जदों देंदा है, कि धरती ते पानी नहीं सी, ऐसी पहले भी कीता सी, तुहानू याद होए ते, जैसी धरती ऊपर मेघला बरसत है, क्या धरती मध्य पानी नहीं? धरती जैसी होंदी है, धरती कैसी धरती होंदी है, कैसी धरती ते बारिश आंदी है। देखो रेगिस्तान धरती ते घट आंदी है, जिस धरती ते ज्यादा वनस्पत होंदी है उस धरती ते बारिश ज्यादा आंदी है ना। देखो नाल लफ्ज़ है जैसी, जैसी धरती ऊपर मेघला बरसत है। धरती जिहो जही होए ओदे ते ओहो जे बदल वरसदे ने।
क्या धरती मध्य पानी नहीं, कि धरती अंदर पानी नहीं है। अगे कहते ने जैसे धरती मध्य पानी प्रगासिया, धरती दे मध्य अंदरों पानी प्रगासिया प्रगट होया। कदों? जदों उपरों बदल आंदे ने ते थलवा पानी भी प्रगट हो जाता है। यही ते है साडी साइकिल। उपरों पानी आया, धरती गर्म, पानी उपर गया, फिर बदल दा पानी वरसिया धरती ते, धरती दा पानी बदल बनया, बदल दा पानी धरती च। इहनूं की कहने असीं सारी एक साइकिल। जिहड़ी साइकिल हुंदी ओह की है? कुदरत दा हुकम। जिवें बाहर है धरती ते पानी है, हुण जैसी धरती, हुण तेरे अंदर जैसी धरती है, जे उस धरती ते बनस्पत उग रही है, जे उत्थे पौण पानी बेसंतर वाला गुणा वाली धरती है, संतोख दा पानी है, ज्ञान वाली अग नाल अवगुण सड़दे जा रहे ने, ते उस धरती ते की होएगा? बदल आणगे ते धरती ते छैबर लाणगे। क्या उठ उठ देखे बपरे, इस मेघे हाथ किछ नाए, जिन ए मेघ पठाया, तिस राखो मन माए। मेघ बनाने वाला कौन है? बाणी च कितने शब्द ने, मलार राग विच भी मिलणगे, बसंत राग विच भी मिलणगे सानू। सो कहंदे ने जैसे धरती मध्य पानी प्रगासिया, बिन पग्गा वरसत वे, बिना पैरां दे वरसदे फिरदे ने बदल। फिर ताही अगे जाके कह तेरा शब्द तू है आपे परम कहाई, नानक तत तत स्यो मिलिया पुनरप जन्म नाई। असल विच गुरु पातशाह ने पंजां तत्तां दा सुभाव प्रगट रूप विच दिखाया है। असी सारे कहने आ पूरी कुदरत पंजां तत्तां दी बनी है, ते असी ये भी कहने आ साडा सारियां दा शरीर पंजां तत्तां दा बनिया। हरेक जीव जंतु दा शरीर पंजां तत्तां दा बनिया। पर ये पंजां तत्तां दा तां कवो जे पंजां तत्तां दे गुण अंदरों दी प्रगट रूप विच मान रहे हो। ये सानू गुरु पातशाह ने श्लोक महला नामा विच भी कहा ना, जदों पांच तत्त को तन रचियो जानो चतुर सुजान, है ना। जदों असी श्लोक महला 9वां जिहड़ा बाणी विच समाप्ति वेले पढ़दे आ, सारिਆਂ ਨੂੰ चेते होएगा। ਉਹਦੇ ਵਿੱਚ ਜਾ ਕੇ ਸਾਨੂੰ ਜਦੋਂ आखिर शुरुआत दे ही शायद 6वां श्लोक है, गुरु पातशाह कहते ने पांच तत्त को तन रचियो जानो चतुर सुजान, कहो नानक सुन रे मना लीन ताहे मैं मान। इंजे दा शब्द हैगा ना। हुण पांच तत्त को तन रचियो केड़ा हैगा? ਇਹ ਸਾਨੂੰ ਆਪ ਨੂੰ ਬਾਣੀ ਰਾਹੀਂ ਸਮਝਣਾ ਪਏਗਾ ਨਾ ਕਿ ਕਿਹੜਾ ਗੁਰੂ ਪਾਤਸ਼ਾਹ ਨੇ ਪੰਜਾਂ ਤੱਤਾਂ ਦਾ ਸ਼ਰੀਰ ਸਾਨੂੰ ਆਪ ਪ੍ਰਗਟ ਕਰਕੇ ਦਿਖਾਇਆ ਹੈ। आई थिंक 11वां श्लोक जे ते जह ते उपजियो नानका लीन ताई मेहमान। सॉरी मैं आई थिंक गलत पढ़ी सा, सॉरी। पांच तत्त को तन रचियो, पंजां तत्तां दा शरीर अकाल पुरख ने रचिया है। पर जदों पंजां तत्तां दा तन पंजां तत्तां दे गुणां राही महसूस कीता, ओनू कहांगे जानो चतुर सुजान। उस नू सुजान सियाणा जानो। जह ते उपजियो, जिन्हां पंजां तत्तां तो उपजिया है उन्हां पंजां तत्तां जानो। जह ते उपजियो नानका लीन ताहे मैं मान। पंजां तत्तां तो पैदा, पंजां तत्तां विच लीन। ए साइकिल इंज चलदी जाएगी तेरे अंदर। पवन महसूस होई, पवन पवन विच लीनता गाना। पानी महसूस होया, पानी दे गुण, पवन दे गुण महसूस होए, गुणा राही गुण कह गुणी समावणिया। पानी दे गुण महसूस होए, गुणा विच समाया। धरती दे गुण महसूस होए, गुणा विच धीरज विच समाया। आकाश दा निर्लेपता वाला गुण महसूस होया ते निर्लेपता जिंदा जिंदा निरंतर निर्लेपता विच समाया। इंज सानू सारे गुणा तत्तां दे गुणां नू उजागर करके प्रगट करके
ਗੁਣਾਂ ਵਿੱਚ ਜਿਉਂਦਿਆਂ ਗੁਣਾਂ ਵਿੱਚ ਸਮਾਉਣਾ, ਉਹ ਗੁਰੂ ਪਾਤਸ਼ਾਹ ਨੇ ਇਸ ਪੌੜੀ ਰਾਹੀਂ ਸਾਨੂੰ ਪ੍ਰਗਟ ਰੂਪ ਵਿੱਚ ਦਿਖਾਇਆ। ਤੇ ਇੰਝ ਹੀ ਗੁਰੂ ਪਾਤਸ਼ਾਹ ਹੁਣ ਅਗਲੇ ਕਹਿੰਦੇ ਨੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਸੋ ਸਿੱਧ ਸਮਾਧੀ ਅੰਦਰ ਵਾਲੇ ਦਾ ਵੀ ਸਾਨੂੰ ਸੁਣਿਆਂ ਦੀਆਂ ਪੌੜੀਆਂ 'ਚ ਅਸੀਂ ਸਿੱਧ ਵੀ ਪੜ੍ਹ ਕੇ ਸੁਣ ਕੇ ਆਏ ਸੀ। ਇਹ ਸਾਰੀਆਂ ਅਸੀਂ ਸੁਣਿਆਂ ਦੀਆਂ ਪੌੜੀਆਂ 'ਚ ਕੀਤੇ ਨੇ। ਲਫ਼ਜ਼ ਬਿਲਕੁਲ ਸੇਮ ਸ਼ੁਰੂਆਤ ਵਿੱਚ ਵੀ ਆਏ ਨੇ, ਔਰ 34-35 ਜਦੋਂ ਅਸੀਂ ਗਿਆਨ ਖੰਡ ਦੀਆਂ ਪੌੜੀਆਂ ਕਰਾਂਗੇ ਜਾਂ ਧਰਮ ਖੰਡ ਦੀਆਂ ਪੌੜੀਆਂ ਕਰਾਂਗੇ, ਉਹਨਾਂ ਵਿੱਚ ਵੀ ਆ ਰਹੇ ਨੇ। ਸੇਮ ਜੋ ਸ਼ੁਰੂਆਤ ਕੀਤੀ ਉਹ ਪੂਰੀ ਬਾਣੀ ਵਿੱਚ ਪੜ੍ਹਾ ਕੇ ਆਖਿਰ ਤੱਕ ਪੂਰੀ ਉਹਨਾਂ ਵਿੱਚ ਮਹਿਸੂਸ ਕਰਾ ਕੇ ਲੀਨਤਾ ਕਰਾਈ ਹੈ। ਸੋ ਜਿਹੜੀ ਲੀਨਤਾ ਹੈਗੀ ਹੈ, ਜਿਹੜੀ ਲਿਵ ਲਗਾਈ ਹੈ, ਉਹਨੂੰ ਕਿਹਾ ਗਾਵੈ। ਸੁਣਿਆ ਸਿੱਧ ਪੀਰ ਸੁਨਾਤ, ਸੁਣਿਆ ਧਰਤ ਤਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋ ਨ ਸਕੇ ਕਾਲ, ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕੇ ਨਾਸ। ਸੁਣਨ ਨਾਲ, ਹੁਣ ਇਹਦੇ ਵਿੱਚ ਅਸੀਂ ਉਜਾਗਰ ਕਿਹੜੀ ਪੰਕਤੀ ਕੀਤੀ ਸੀ? ਸੁਣਿਆ ਪੋ ਨ ਸਕੇ ਕਾਲ। ਅਕਾਲ ਪੁਰਖ ਨੂੰ ਅੰਦਰੋਂ ਸੁਣਨ ਨਾਲ, ਗੁਰੂ ਦੀ ਗੱਲ ਅੰਦਰੋਂ ਸੁਣਨ ਨਾਲ ਕਾਲ ਪੋ ਨਹੀਂ ਸਕਿਆ, ਸਮੇਂ ਦਾ ਪ੍ਰਭਾਵ ਨਾ ਆਇਆ, ਵਿਕਾਰਾਂ ਦਾ ਪ੍ਰਭਾਵ ਆਇਆ ਨਹੀਂ, ਵਿਕਾਰਾਂ ਨੇ ਆਪਣੀ ਪ੍ਰਧਾਨਤਾ ਪਾਈ ਨਹੀਂ, ਕਾਲ ਆਇਆ ਨਹੀਂ, ਪੋ ਵੀ ਨਹੀਂ ਸਕਿਆ, ਛੂ ਵੀ ਨਹੀਂ ਸਕਿਆ। ਤਾਂ ਇਹ ਸੁਣਨ ਨਾਲ ਧਰਤ ਤਵਲ ਆਕਾਸ ਮਿਲਿਆ ਸੀ ਨਾ, ਉੱਥੇ ਵੀ ਧਰਤੀ ਵੀ ਮਿਲ ਗਈ, ਤਵਲ ਵੀ ਮਿਲ ਗਿਆ, ਆਕਾਸ਼ ਵੀ ਮਿਲ ਗਿਆ। ਤਵਲ ਕੀ ਸੀ? ਧਰਤੀ ਦੇ ਥੱਲੇ ਦੀ ਥੰਮੀ। ਤੇ ਇੰਝ ਹੀ ਸਾਨੂੰ ਦੱਸਿਆ ਸੀ, ਸੁਣਿਆ ਸਿੱਧ ਪੀਰ ਸੁਨਾਤ, ਸੁਣਨ ਨਾਲ ਸਿੱਧੀ ਪ੍ਰਾਪਤ ਹੋਈ ਸੀ। ਤੇ ਉੱਥੇ ਅਸੀਂ ਸਿੱਧ ਦੇ ਵੀ ਬੜੇ ਸ਼ਬਦ ਲਏ ਸੀ, ਤੇ ਇੱਕ ਸ਼ਬਦ ਅਸੀਂ ਲਿਆ ਸੀ ਸੋਦਰ ਦੀ ਬਾਣੀ ਦਾ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ। ਤੂੰ ਨਹੀਂ ਹੈ ਤੇ ਕੋਈ ਕਾਮਯਾਬੀ ਨਹੀਂ ਹੈ। ਤੇ ਇੱਕ ਅਸੀਂ ਲਿਆ ਸੀ ਹਮ ਡੋਲਤ ਬੇੜੀ ਪਾਪ ਭਰੀ ਹੈ। ਉਹਦੇ ਵਿੱਚ ਕੀ ਮਿਲਿਆ ਸੀ? ਏਕ ਸਿੱਧ ਜਿਨੀ ਧਿਆਇਆ, ਸਿੱਧ ਸਾਧਕ ਜੋਗੀ ਅਰ ਜੰਗਮ, ਏਕ ਸਿੱਧ ਜਿਨੀ ਧਿਆਇਆ, ਪਰ ਸਤ ਪੈਰ ਸਿਜਤੇ ਸੁਆਮੀ, ਅਖਾਰ ਜਿਨ ਕੋ ਆਇਆ। ਇੱਕ ਸਿੱਧ ਨੂੰ ਧਿਆਇਆ। ਹੁਣ ਇੱਧਰ ਵੀ ਉਹੀਓ ਗੱਲ ਸਮਝ ਆ ਗਈ ਸਾਨੂੰ। ਸਾਡਾ ਸੁਣਿਆ ਸਿੱਧ ਗਾਵੇ ਸਿੱਧ ਸਮਾਧੀ ਅੰਦਰ, ਬਾਹਰ ਸਿੱਧ ਸਮਾਧੀ ਅੰਦਰ ਗਾ ਰਹੇ ਨੇ, ਤੇਰੀ ਉਸਤਤ ਕਰ ਰਹੇ ਨੇ। ਗਾਵਨ ਸਾਧ ਵਿਚਾਰੇ, ਤੈਨੂੰ ਸਾਧ ਵੀ ਵਿਚਾਰ ਕੇ ਗਾ ਰਹੇ ਨੇ। ਹੁਣ ਸਾਨੂੰ ਕੀ ਸਮਝ ਆ ਗਿਆ? ਸਾਧਨਾ ਕੀ ਹੁੰਦਾ ਹੈ? ਸਵਰਨਾ। ਜਦੋਂ ਸਵਰਨ ਵਾਲੇ ਰਾਸਤੇ ਸੁਣਿਆ, ਉੱਥੇ ਸੁਣਨ ਨਾਲ, ਇੱਥੇ ਗਾਣਾ। ਜਦੋਂ ਸਵਰ ਗਏ, ਇਹ ਗਾਉਣ 100% ਇਹ ਵਿਚਾਰ ਜੋ ਇਸ ਪੌੜੀ ਵਿੱਚ ਹੈ, ਉਹ ਗੁਰੂ ਪਾਤਸ਼ਾਹ ਨਤੀਜੇ ਤੌਰ ਤੇ ਦੱਸ ਰਹੇ ਨੇ ਕਿ ਤੁਹਾਨੂੰ ਇਹ ਪ੍ਰਾਪਤ ਹੋਏਗਾ 100% ਅਗਰ ਸਵਰ ਕੇ ਜਾਓਗੇ। ਹਰੇਕ ਦੇ ਅੰਦਰ ਗਾਣਗੇ। ਸਿੱਧ ਸਮਾਧੀ ਅੰਦਰ, ਸਿੱਧ ਸਮਾਧੀ ਅੰਦਰ ਗਾ ਰਹੇ ਹਨ ਤੇ ਗਾਵਨ ਸਾਧ ਵਿਚਾਰੇ। ਸਾਧ ਵੀ ਸਾਧਨਹਾਰ ਜਦੋਂ ਸਾਧਦਾ ਜਾਂਦਾ ਹੈ, ਵਿਚਾਰ ਕਰਕੇ ਸਾਧਨਾ, ਉਹ ਗਾ ਰਹੇ ਹਨ। ਇੰਝ ਹੀ ਗਾਵਨ ਜਤੀ ਸਤੀ ਸੰਤੋਖੀ, ਗਾਵੇਂ ਵੀਰ ਕਰਾਰੇ। ਜਤੀ ਕੌਣ ਹੁੰਦੇ ਨੇ? ਅਸੀਂ ਸਭ ਇਹ ਸਾਰੇ ਲਫ਼ਜ਼ ਬਾਣੀ ਦੇ ਸਾਨੂੰ ਪ੍ਰਾਪਤ ਹੈਗੇ ਨੇ। ਜਤੀ ਕਹਿੰਦੇ ਨੇ ਜਿਹੜੇ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਦੇ ਨੇ, ਸਪੈਸ਼ਲੀ ਜੋਗੀਆਂ ਨੂੰ ਕਿਹਾ ਜਾਂਦਾ ਹੈ ਜਤੀ, ਜਿਨ੍ਹਾਂ ਨੇ ਆਪਣੀ ਜਿਹੜੀ ਕਾਮ ਵਾਸਨਾ ਨੂੰ ਕਾਬੂ ਕੀਤਾ, ਗ੍ਰਸਤ ਨੂੰ ਤਿਆਗ ਕੇ। ਗ੍ਰਸਤ ਤਿਆਗਣਾ ਉਹਨਾਂ ਦਾ ਮਕਸਦ ਸੀ, ਕਾਮ ਵਾਸਨਾ ਨੂੰ ਕਾਬੂ ਕਰਕੇ ਪਹਾੜਾਂ ਤੇ ਵਨਾਂ ਤੇ ਇੰਝ ਜਾ ਕੇ ਸਮਾਧੀਆਂ ਲਾਣਾ। ਪਰ ਗੁਰੂ ਪਾਤਸ਼ਾਹ ਨੇ ਸਾਨੂੰ ਕਿਹੜਾ ਜਤੀ ਬਣਾਇਆ? ਇਹ ਅਗਲੀਆਂ ਪੌੜੀਆਂ 'ਚ ਆਏਗਾ। ਜਦੋਂ ਮੁੰਦਾ ਸੰਤੋਖ ਸ਼ਰਮਪਤ ਝੋਲੀ, ਉਹਦੇ 'ਚ ਕਹਿੰਦੇ ਨੇ ਕੁਆਰੀ ਕਾਇਆ ਜੁਗਤ। ਕਿੰਨੀ ਕਮਾਲ ਦੀ ਗੱਲ ਹੈ, ਕੁਆਰੀ ਕਾਇਆ। ਹੁਣ ਜਿਹੜੀ ਗ੍ਰਸਤੀ ਵਿੱਚ ਮਾਤਾ ਪਿਤਾ ਦੀ ਧੀ ਹੁੰਦੀ ਹੈ, ਉਹਨੂੰ ਜਦੋਂ ਉਹ ਵਿਆਹ ਤੋਂ ਪਹਿਲਾਂ ਪਾਲਦਿਆਂ ਹੋਇਆਂ ਇੱਕ ਸਮਝ ਦਿੰਦੇ ਨੇ, ਇੱਕ ਅਕਲ ਦਿੰਦੇ ਨੇ ਕਿ ਦੁਨੀਆ ਵਿੱਚ ਜਿਉਂਦਿਆਂ ਹੋਇਆਂ
ਕਿਵੇਂ ਸਦਾ ਕੁਆਰੇ ਰਹਿਣਾ, ਸਕੂਲ ਜਾਣਾ ਪਰ ਗੁੱਡ ਟੱਚ ਬੈਡ ਟੱਚ ਸਮਝਾਉਂਦੇ ਨੇ ਆਪਣੇ ਆਪ ਨੂੰ ਕਿਵੇਂ। ਉੱਥੇ ਉਹ ਕੁੜੀਆਂ ਕੋਈ ਆਪਣੇ ਆਪ ਨੂੰ ਕੰਟਰੋਲ ਨਹੀਂ ਕਰਦੀਆਂ, ਉਹ ਐਸੇ ਸੋਚ ਵਿੱਚ ਰਹਿੰਦੀਆਂ ਨੇ ਕਿ ਕੁਆਰੇ ਹੈਗੀਆਂ ਤੇ ਕੁਆਰੇ ਰਹਿਣਾ ਜਦ ਤੱਕ ਵਿਆਹ ਨਹੀਂ ਹੋਣਾ, ਬਸ ਇਤਨੀ ਗੱਲ ਹੈ ਨਾ। ਉਹ ਵਾਲੀ ਸਾਨੂੰ ਜੁਗਤੀ ਦਿੱਤੀ ਹੈ, ਉਹ ਜੁਗਤੀ ਮਿਲ ਜਾਏ, ਉਹ ਵਿਧੀ ਜਿਵੇਂ ਬੱਚੀਆਂ ਕੁਆਰੇ ਰਹਿੰਦੀਆਂ ਨੇ ਉਵੇਂ ਤੇਰੀ ਸੂਰਤ ਮਤ ਮਨ ਬੁੱਧੀ ਰੂਪੀ ਕਾਇਆ ਅਗਰ ਵਿਕਾਰਾਂ ਤੋਂ ਕੁਆਰੀ ਰਹਿ ਗਈ, ਜਤੀ ਸਤੀ ਉੱਥੇ ਹੁੰਦਾ ਸੀ ਜਿਹੜੀਆਂ ਉਸ ਟਾਈਮ ਸਮਾਜਿਕ ਜਿਹੜੀ ਇੱਕ ਪ੍ਰਥਾ ਹੈਗੀ ਸੀ ਕਿ ਪਤੀ ਦੇ ਮਰਨ ਤੋਂ ਬਾਅਦ ਉਸ ਦੀ ਔਰਤ ਨੂੰ ਜਿਉਂਦਿਆਂ ਅਗਨ ਭੇਟ ਕੀਤਾ ਜਾਂਦਾ ਸੀ। ਗੁਰੂ ਪਾਤਸ਼ਾਹ ਨੇ ਇਸ ਪ੍ਰਥਾਏ ਵੀ ਸਾਨੂੰ ਸ਼ਬਦ ਦਿੱਤੇ, ਸਤੀਆਂ ਇਹ ਨਾ ਆਖੀਏ ਮੜੀਆਂ ਲੱਗ ਜਵਨ, ਤੇ ਇਹ ਵਾਲੀ ਪ੍ਰਥਾ ਵੀ ਅਸੀਂ ਮਾਣ ਕਰਾਂਗੇ ਗੁਰੂ ਅਮਰਦਾਸ ਜੀ ਨੂੰ ਜਿਨ੍ਹਾਂ ਨੇ ਸਤੀ ਪ੍ਰਥਾ, ਕੁੰਡ ਪ੍ਰਥਾ, ਇਹ ਸਾਡਾ ਇਤਿਹਾਸ ਵੀ ਸਾਨੂੰ ਨਾਲ ਪਤਾ ਹੀ ਹੈ। ਇਹ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਗੁਰੂ ਪਾਤਸ਼ਾਹ ਨੇ ਕੀ ਕੀਤਾ ਸੀ, ਜ਼ੋਰ ਨਾਲ ਸਮਝਾ ਕੇ ਇਹਨਾਂ ਪ੍ਰਤੀ ਸਾਰੀਆਂ ਉਸ ਵੇਲੇ ਦੀਆਂ ਨਾਰੀਆਂ ਨੂੰ ਜਾਗਰੂਕ ਕਰਾਇਆ। ਤੇ ਉਸ ਵੇਲੇ ਇਹ ਵਾਲੀਆਂ ਸੀ ਸਮਾਜਿਕ ਕੁਰੀਤੀਆਂ, ਤੇ ਇਹਨਾਂ ਕੁਰੀਤੀਆਂ ਤੋਂ ਮਜ਼ਬੂਤ ਕਰਕੇ, ਇਹਨਾਂ ਕੁਰੀਤੀਆਂ ਤੋਂ ਉੱਪਰ ਉੱਠਣ ਲਈ ਹਿੰਮਤ, ਦਲੇਰੀ, ਜਜ਼ਬਾ ਭਰਿਆ। ਤੇ ਜੇ ਉਸ ਵੇਲੇ ਜਜ਼ਬਾ ਭਰਿਆ ਸੀ ਗੁਰੂ ਦੀ ਉਪਦੇਸ਼ ਨੇ, ਤੇ ਅੱਜ ਜਿਹੜੀਆਂ ਸਮਾਜਿਕ ਕੁਰੀਤੀਆਂ ਨੇ ਉਹਨਾਂ ਨੂੰ ਵੀ ਉੱਪਰ ਉੱਠਣ ਲਈ ਜਜ਼ਬਾ ਨਹੀਂ ਗੁਰੂ ਭਰ ਰਿਹਾ, ਸਾਡੇ ਅੰਦਰ ਭਰ ਰਿਹਾ। ਇਸੇ ਨੂੰ ਤੇ ਕਹਿ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਆਪਣੇ ਅੰਦਰ ਦਾ ਤਾਣ ਸੰਭਾਲ ਤੇ ਇਸ ਤਾਣ ਨਾਲ ਆਪ ਵੀ ਇਹਨਾਂ ਕੁਰੀਤੀਆਂ ਤੋਂ ਉੱਪਰ ਉੱਠ ਔਰ ਸਮਾਜ ਲਈ ਵੀ ਕੁਰੀਤੀਆਂ ਤੋਂ ਉੱਪਰ ਉੱਠਣ ਦੀ ਦਲੇਰੀ ਦੀ ਸਾਂਝ ਪਾ। ਇਹ ਸਾਨੂੰ ਬਾਣੀ ਰਾਹੀਂ ਦੱਸਿਆ ਜਾ ਰਿਹਾ ਹੈ। ਉਹਨਾਂ ਨੂੰ ਕਿਹਾ ਵੀਰ ਕਰਾਰੇ, ਉਹਨਾਂ ਨੂੰ ਜੋਧਾ ਬਣਾਇਆ, ਵੇਖ ਲਓ। ਸੋ ਆਓ ਹੁਣ ਤੱਕ ਜਿਹੜੀ ਅਸੀਂ ਪੰਕਤੀਆਂ ਪੜ੍ਹੀਆਂ ਉਹਨਾਂ ਨੂੰ ਇੱਕ ਵਾਰੀ ਪੜ੍ਹਦੇ ਹਾਂ ਤੇ ਸਮਾਪਤੀ ਕਰਦੇ ਹਾਂ। ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬੈ ਸਰਬ ਸੰਭਾਲੇ। ਸੰਭਾਲ ਰਿਹਾ ਤੂੰ, ਇਹ ਸਾਰਾ ਕੁਝ ਤੂੰ ਕਰ ਰਿਹਾ ਹੈ। ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ। ਤੂੰ ਕਿਸ ਫਾਰਮ ਵਿੱਚ ਹੈਗਾ? ਨਿਰਾਕਾਰ ਹੈ, ਪਰ ਗੁਣਾ ਦੀ ਫਾਰਮ ਵਿੱਚ, ਹੁਕਮ ਦੀ, ਨਿਯਮਾਂ ਦੀ, ਕੁਦਰਤ ਵਿੱਚ ਕਰਤੇ ਨੂੰ ਵਿਖਾਇਆ ਹੈ। ਐਵੇਂ ਹੀ ਕਹਿੰਦੇ ਰਹਿੰਦੇ ਆ ਨਾ, ਕਣ ਕਣ ਚ ਵਸਦਾ। ਹਉਮੈ ਦੀ ਅਕਲ ਨਾਲ ਕਣ ਕਣ ਚ ਵਸਦਾ ਮਹਿਸੂਸ ਹੋਇਆ ਸੀ ਕਦੀ? ਪਰ ਗੁਰੂ ਦੀ ਅਕਲ ਨਾਲ ਕਣ ਕਣ ਚ ਵਸਦਾ ਮਹਿਸੂਸ ਹੋਏਗਾ। केते राग परीसियों कईयन केते गावण हारे। गावे तोनु पाण पाणी बैसंतर गावे राजा धर्म द्वारे। गावे चित्त गुपत लिख जाने लिख लिख धर्म विचारे। गावे ईश्वर ब्रह्मा देवी सोहन सदा सवारे। गावे इंद इंदासन बैठे देवत्यां दर नाले। गावे सिद्ध समाधि अंदर गावन साध विचारे। गावन जति सती संतोखी गावे वीर करारे। सो हुण तक आई थिंक क्लियर, ठीक है। चलो फतेह दी सांझ पाइए। वाहिगुरु जी का खालसा वाहिगुरु जी की फतेह। अगली पंक्ति गावन पंडित पढ़न रखी सर जुग जुग वेदा नाले, इथों कल करांगे जी। भुल्लां चुकां दी खिमा। वाहिगुरु जी का खालसा वाहिगुरु जी की फतेह।